वाहिगुरु जी का खालसा वाहिगुरु जी की फतेह। दीन दुनिया दे मालक गुरबाणी सतगुरु श्री गुरु ग्रंथ साहिब जियां दी पावन हजूरी विच बड़े ही सत्कार सहित शाम दे दीवाना विच आप जी कर बैठे हो। भागां नाल समा प्राप्त होया है। सतगुरां दे प्रेम विच सफला बढ़ाइए। इतिहास दे पावन प्रकरणां दे विचों आप जी ने सरवण कीता सी। गुरु नानक साहब सच्चे पातशाह जी का वरताया होया अगमी वरतारा जिन्हों परिवार ते संसार समझ नहीं पा रहा। पहला ते मूल चंद जी आके सतगुरां नूं चंगे मंदे शब्द बोलते रहे। गुरु नानक साहब सच्चे पातशाह जी ने पिता समान जान के कोई जवाब ना दिता। फिर नाल लेके आए ने पंडित श्यामे नूं जो पखों के रंधावियां तो चल के आया है। गुरु नानक साहब जी की दशा वेख के आखन लग्या तेरे च ध्यान मत है, बचपना है। तू ये जिन्ने भी पखंड करदा है ये चंगे नहीं। मां बाप की इज्जत नहीं करता, घर परिवार तू नहीं जानता, की तारूगी तेरी भगती। ब्राह्मण ने गुरु नानक साहब सच्चे पातशाह नूं समझाउण दा यतन कीता अपने वल्लों। इत्थों तक आप जियां ने पावन प्रसंगां दा आनंद माणिया सी। आओ कुछ समा मन चित बिरतियां नूं एकाग्र चित बनाइए। पाओ प्रेम दी सांझ बख्शो आसीस गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा सुन पंडित के बैन एव श्री नानक जग कंत। दीन दुनिया दे वाली जगत गुरु गुरु नानक साहिब सुल्तानपुर लोधी दियां मड़ियां विच बैठे आ। सतगुरां दे पास उन्हां दे सौहरा साहब मूल चंद जी ते उन्हां नाल आए हुए सत्कारयोग पंडित श्यामा जी बैठे। सच्चे पातशाह जी के सामने बैठ के पंडित उन्होंने समझाना चाहता है, क्योंकि पंडित सतगुरां की अवस्था तो जाणू नहीं है, वाकुफ नहीं है। वो अपनी गिणती मिणती ते यक तक ते अंदाजियां दे नाल गुरु साहब नूं आखण लग्या कहंदा तुहाडे विच बालकां वालियां गल्लां ने, नियाण मत है तुहाडे च। इस उम्र विच बंदा वड्डे वड्डे फैसले करदा है, मुड़ पछताउंदा है, पर जवानी है, जोश हुंदा है, होश नहीं। सतगुरां नूं कहंदा मुड़े आओ, कुछ नहीं रखिया इन्हां कम्मां कारां च, कख भी प्राप्त होना नहीं। उच्चरियो शब्द बसंत में पुती सोरित बसंत। ते फिर कहंदा नानक जी तुहाडे जन्म तो बाद तुहाडे माँ बाप सुखी नहीं, फिर सौहरा साहब सौहरे सुखी नहीं, की फायदा हो जिंदगी का।
ਪੰਡਤ ਦੀਆਂ ਗੱਲਾਂ ਮਰਦ ਸੁਣਦੇ ਰਹੇ। ਆਖਰਕਾਰ ਗਰੀਬ ਨਵਾਜ ਪਾਤਸ਼ਾਹ ਸੁਭਾਵਕ ਰਸਨਾ ਤੋਂ ਬੋਲੇ। ਕਈ ਵਿਦਵਾਨਾਂ ਨੇ ਲਿਖਿਆ ਉਸ ਵੇਲੇ ਬਸੰਤ ਦੀ ਰੁੱਤ ਸੀ। ਰਾਗ ਬਸੰਤ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੁਭਾਵਕ ਰਸਨਾ ਅੰਮ੍ਰਿਤ ਬਚਨ ਆਖਦੇ ਨੇ। ਸ੍ਰੀ ਮੁਖ ਵਾਕ ਬਸੰਤ ਹਿੰਡੋਲ ਮਹੱਲਾ ਪਹਿਲਾ। ਸ਼੍ਰੀ ਮੁਖ ਵਾਕ ਸੁਭਾਏਮਾਨ ਰਸਨਾ ਦੇ ਅੰਮ੍ਰਿਤ ਬਚਨ ਹਨ। ਬਸੰਤ ਹੰਡੋਲ, ਰਾਗ ਬਸੰਤ ਹੈ। ਹੰਡੋਲ ਇਸ ਰਾਗ ਦੀ ਕਿਸਮ ਹੈ। ਮਹੱਲਾ ਪਹਿਲੇ ਮਹੱਲਾ ਕਹੀਏ ਪਾਤਸ਼ਾਹ। ਗੁਰੂ ਨਾਨਕ ਸਾਹਿਬ ਜੀ ਇਹ ਸ਼ਬਦ ਸੰਬੋਧਨ ਕਰ ਰਹੇ ਨੇ ਪੰਡਤ ਤਾਈ, ਜੋ ਉਸ ਵੇਲੇ ਦਾ ਵਿਦਵਾਨ ਹੈ, ਜੋ ਆਪਣੇ ਆਪ ਨੂੰ ਬੜਾ ਮਹਾਨ ਸਮਝਦਾ ਹੈ। ਸਤਿਗੁਰ ਜੀ ਕਹਿੰਦੇ ਪੰਡਤ ਜੀ ਸੁਣਿਓ ਫਿਰ ਜਰਾ। ਉਹਨੇ ਪਹਿਲਾਂ ਕਿਹਾ ਤੁਸੀਂ ਬਾਲਕ ਹੋ, ਬੱਚੇ ਹੋ, ਮਾਂ-ਬਾਪ ਦੀ ਤੁਸੀਂ ਇੱਜ਼ਤ ਕਦਰ ਸਤਿਕਾਰ ਨਹੀਂ ਕਰਦੇ। ਇਸ ਜੀਵਨ ਵਿੱਚ, ਇਸ ਸਰੀਰ ਵਿੱਚ ਆ ਕੇ ਆ ਕੀ ਖੱਟਿਆ ਹੋਇਆ? ਮਿੱਟੀ ਧੂੜ ਪਾਈ ਹੈ। ਜਿਉਂਦੇ ਜੀ ਸ਼ਮਸ਼ਾਨ ਵਿੱਚ ਆ ਕੇ ਬੈਠੇ ਹੋ। ਜਦੋਂ ਗੁਰੂ ਸਾਹਿਬ ਨੇ ਚੀਜ਼ਾਂ ਸੁਣੀਆਂ ਸੀ ਮਹਾਰਾਜ ਨੇ ਫਿਰ ਪਹਿਲੇ ਅੰਮ੍ਰਿਤ ਬਚਨ ਦੀਆਂ ਪਹਿਲੀਆਂ ਸਤਰਾਂ ਦੇ ਵਿੱਚ ਪੰਡਤ ਦੇ ਪਹਿਲੇ ਸਵਾਲਾਂ ਦਾ ਜਵਾਬ ਦਿੱਤਾ ਹੈ। ਸੁਭਾਵਕ ਰਸਨਾ ਤੋਂ ਅੰਮ੍ਰਿਤ ਬਚਨ ਬੋਲਦੇ ਨੇ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਸਤਿਗੁਰ ਜੀ ਸੰਬੋਧਨ ਕਰਕੇ ਆਪਣੇ ਮਨ ਨੂੰ ਆਖਦੇ ਆ, ਕਹਿੰਦੇ ਬਾਲਕ ਰਾਜਾ ਨਗਰੀ ਕਾਚੀ। ਬਾਲਕ ਬੱਚਾ, ਰਾਜਾ ਮਨ ਰੂਪ ਰਾਜਾ ਨਾ ਜਿਹੜਾ, ਇਹ ਬੱਚਾ ਹੈ। ਰਾਜ ਕਿੱਥੇ ਕਰਦਾ ਹੈ? ਨਗਰੀ ਕਾਚੀ। ਕੱਚੇ ਨਗਰ ਦਾ ਰਾਜ ਹੈ। ਮਿੱਟੀ ਦੀਆਂ ਕੰਧਾਂ, ਮਿੱਟੀ ਦੀਆਂ ਦੀਵਾਰਾਂ। ਉਹ ਕੱਚਾ ਨਗਰ ਕਿਹੜਾ ਹੈ? ਸਰੀਰ। ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨ ਲਾਗੇ ਠਨਕਾ। ਜਿਸ ਭਾਂਡੇ ਦਾ ਹੀ ਨਹੀਂ ਪਤਾ ਇਹਨੇ ਕਦੋਂ ਫੁੱਟ ਜਾਣਾ ਹੈ। ਜ਼ਿੰਦਗੀ ਕਹਿੰਦੇ ਆ, ਇਨਸਾਨ ਕਹਿੰਦੇ ਇੱਕ ਸਾਹ ਆ ਗਿਆ ਤੇ ਜ਼ਿੰਦਗੀ ਹੈ, ਨਿਕਲ ਗਿਆ ਤੇ ਦਰਗਾਹ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਮਨ ਰੂਪ ਬੱਚਾ ਰਾਜਾ ਬਣ ਗਿਆ। ਨਗਰੀ ਕੱਚੀ ਹੈ, ਸਰੀਰ ਰੂਪ ਨਗਰ। ਪਰ ਕਹਿੰਦੇ ਪਿਆਰ ਪਤਾ ਕਿਹਦੇ ਨਾਲ ਹੈ? ਦੁਸ਼ਟਾਂ ਨਾਲ ਪਿਆਰ। ਪੰਜ ਦੁਸ਼ਟ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨਾਲ ਪਿਆਰ ਪਾਈ ਬੈਠਾ ਰਾਜਾ। ਤੇ ਜਿਹਦਾ ਪਿਆਰ ਪੰਜ ਦੁਸ਼ਟਾਂ ਨਾਲ ਹੋਊ ਉਹ ਕਦੇ ਮਿੱਤਰਤਾ ਨਿਭਾ ਨਹੀਂ ਸਕਦਾ। ਆਖੋ ਸਤਿਨਾਮ। ਜਿਹਦੇ ਜੀਵਨ ਵਿੱਚ ਹੋਵੇ ਦੁਸ਼ਟਤਾਈ, ਉਹ ਮਿੱਤਰ ਬਣ ਕੇ ਵੀ ਛੁਰੇ ਨਹੀਂ ਮਾਰੂ। ਇਹ ਮਨ ਦੁਸ਼ਟਾਂ ਦਾ ਪ੍ਰੇਮੀ ਹੈ। ਮਨ ਦੇ ਮਾਰੇ ਹੋਏ ਛੁਰੇ। ਸਰੀਰ ਦੁਖਦਾਈ ਨਹੀਂ ਹੈ। ਸਰੀਰ ਦੁਖੀ ਕਿਉਂ ਹੈ? ਮਨ ਕਰਕੇ। ਭਗਤੀ 'ਚ ਮਨ ਨਹੀਂ ਲੱਗਦਾ, ਚੰਗੀਆਂ ਰਾਹਾਂ ਤੇ ਮਨ ਨਹੀਂ ਜਾਂਦਾ, ਮਾੜੀਆਂ ਥਾਵਾਂ ਲੈ ਕੇ ਜਾਂਦਾ, ਨਤੀਜੇ ਮਨ ਨਾਲ ਸਰੀਰ ਨੂੰ ਭੁਗਤਣੇ ਪੈਂਦੇ ਆ। ਮਰਦ ਕਹਿੰਦੇ ਦੋਸਤਾਂ ਨਾਲ ਪਿਆਰ ਹੈ। ਛੋਟੀ ਉਮਰੇ ਮਨ ਇਸ ਕੱਚੀ ਨਗਰੀ ਦਾ ਰਾਜਾ ਬਣ ਬੈਠਾ। ਬੜੇ ਵੱਡੇ ਗਹਿਰੇ ਸੰਦਰਭ ਵਿੱਚ ਸਤਿਗੁਰ ਗੱਲ ਕਰਦੇ ਆ। ਮੈਂ ਕੇਵਲ ਇੱਥੇ ਭਾਵ ਅਰਥ ਕਰਦਾ ਕਿਉਂਕਿ ਅੱਗੇ ਜਾ ਕੇ ਸੂਖਸ਼ਮ ਅਰਥ ਆ ਜਾਣਗੇ। ਅੱਜ ਸਮਾਂ ਵੀ ਕਥਾ ਵਿੱਚ ਥੋੜਾ ਹੀ ਲੱਗਣਾ ਹੈ ਕਿਉਂਕਿ ਬੜਿਆਂ ਨੂੰ ਅੱਜ ਟੈਨਸ਼ਨਾਂ ਧੜਕਣਾ ਵਧੀਆਂ ਵੀ 6 ਵਜੇ ਤੋਂ ਬਾਅਦ ਸਾਡਾ ਕੀ ਬਣੂਗਾ। ਇਸ ਕਰਕੇ ਕੇਵਲ ਕਥਾ 45 ਮਿੰਟ ਹੋਇਆ ਕਰੇਗੀ। ਅਗਲੇ ਹੁਕਮਾਂ ਜਿਵੇਂ ਜਿਵੇਂ ਸਰਕਾਰ ਦਾ ਰਿਐਕਸ਼ਨ ਆਊਗਾ, ਹਾਲਾਤਾਂ ਨਾਲ ਚੇਂਜ ਹੁੰਦਾ ਰਹੂ ਸਮਾਂ। ਪਰ ਫਿਲਹਾਲ ਅੱਜ 45 ਮਿੰਟ ਥੋੜਾ ਸਮਾਂ, ਤਾਂ ਜੋ ਆਪ ਜੀ ਬੜੇ ਆਰਾਮ ਨਾਲ ਘਰ ਪਹੁੰਚ ਸਕੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਰਾਜੇ ਮਨ ਦਾ ਵਿਸ਼ਰਾਮ ਦੇ ਰਹੇ ਆ। ਕਹਿੰਦੇ ਇਹਦਾ ਟਿਕਾ ਇੱਥੇ ਹੈ। ਇੱਕ ਕੱਚੀ ਨਗਰੀ 'ਚ ਬੈਠਾ ਹੈ, ਦੁਸ਼ਟਾਂ ਨਾਲ ਪ੍ਰੇਮ ਕਰਦਾ ਏ। ਦੋਏ ਮਾਈ ਦੋਏ ਬਾਪਾ ਪੜੀਏ ਪੰਡਤ ਕਰੋ ਵਿਚਾਰੋ। ਪੰਡਤ ਜੀ ਪੜ੍ਹ ਕੇ ਵਿਚਾਰ ਕਰੋ। ਇਸ ਰਾਜੇ ਮਨ ਦੇ ਦੋਏ ਮਾਈ ਦੋਏ ਬਾਪਾ। ਦੁਨੀਆ ਦਾ ਕਿਸੇ ਦਾ ਇੱਕ ਪਿਓ ਹੁੰਦਾ, ਕਿਸੇ ਦੀ ਇੱਕ ਮਾਂ ਹੁੰਦੀ ਹੈ। ਸਤਿਗੁਰ ਕਹਿੰਦੇ ਮਨ ਰਾਜਾ ਨਾ ਜਿਹੜਾ ਬਣਿਆ, ਇਹਦੀਆਂ ਮਾਵਾਂ ਦੋ ਨੇ ਤੇ ਦੋ ਪਿਓ ਨੇ।
सच्ची अवस्था का जिक्र है। मां किहड़ी है? एक मां है माया ते दूजी अविद्या। माया किहड़ी है? जिहदे जग परमाया। अविद्या की है? जिहदे च बंदे नूं कदे अकल ही नहीं आ सकती, ज्ञान ही नहीं आ सकता। अज्ञानता समझ लो, ज्ञान का ना होना, अंधकार, नेरा, मूर्खता। कहते ये दो मावां ने। प्यो किहड़े होए? एक परमात्मा ते दूजा जीव। जीव अते ईश्वर। ईश्वर परमेश्वर का नाम है, जीव नाम है शरीर है, इस रूह का है। दो करके ही पैदा हुए। गुरु साहब ने ये प्रथाएं बड़ा कुछ लिखा हुआ है। जित बाणी की विचार करते हैं, एका माई जुगत ब्याई, तीन चेले प्रवान, एक संसारी, एक भंडारी, एक लाए दीवान। जिव तिस भावै तिवै चलावै, जिव होवै फरमान। ओह वेखै ओना नजर ना आवै, बहुता इहो बिना। लास्ट विच की कहंदे? आदेश तिस है, आदेश आद अनील अनाद अनाहत, जुग जुग एको जैस। ए ओ माया, माई माया छल ਜਿਹੜੀ ਕਪਟ ਕਰਦੀ ਹੈ। ਕਹਿੰਦੇ ਇਸ ਮਨ ਦੀ ਜਿਹੜੀ ਮਾਂ ਸੀ ਨਾ ਮਾਇਆ, ਜਿਹਦੀ ਮਾਂ ਇਹੋ ਜੀ ਤੇ ਪੁੱਤਰ ਵੀ ਉਹੋ ਜਿਹੀ ਹੋਣਾ। ਖੁਸ਼ਾ ਦਾ ਨਾਮ ਜਿਹਦੇ ਮਾਂ ਬਾਪ ਦੀ ਪਰਵਰਿਸ਼ ਹੈ, ਮਾਪਿਆਂ ਨੂੰ ਵੇਖ ਕੇ ਬੱਚਿਆਂ ਦਾ ਹਿਸਾਬ ਲੱਗ ਜਾਂਦਾ ਵੀ ਇਹ ਕਿੰਨੇ ਕੁ ਕਰਨੀ ਕਰਤੂਤ ਦੇ ਮਾਲਕ ਹੋਣਗੇ। ਸਤਿਗੁਰ ਕਹਿੰਦੇ ਜੀਵ ਅਤੇ ਈਸ਼ਵਰ। ਜੀਵ ਮਨੁੱਖਾ ਸਰੀਰ, ਅੰਦਰ ਦੀ ਰੂਹ। ਈਸ਼ਵਰ ਪਰਮਾਤਮਾ। ਕਹਿੰਦੇ ਦੋ ਇਹਦੇ ਪਿਤਾ ਨੇ, ਦੋ ਇਹਦੀਆਂ ਮਾਵਾਂ ਨੇ। ਕਿਹਦੀਆਂ? मन रूप बच्चे दियां। पंडित जी बह के विचार करो, बच्चा केड़ी मां ते केड़े प्यो दे गया। खुदा दा नाम। सुभाविक गल है, लक्षण वेख लोकी कहंदे ना प्यो वाले लक्षण ने। मां दे गया अपनी ते चलाकी बहुत है, बड़ा शातिर है। महाराज ने पंडित नूं पखाण पाता, कहंदे तू दस जे मैं बालक बच्चा हां, सूक्ष्म गल्लां कर रहे हैं, दुनियावी गल्लां दा कोई लैण देण नहीं है। कहंदे फिर ये दस विचार करके भी केड़ी मां आग्याकारी है, सियाणी है, ते केड़ा प्यो सियाणा है। मन के दो पक्ष ने जी, एक नैगेटिव एक पॉजिटिव, चंगा ते माड़ा। हुण जे मां माड़ी है ते मन माड़ा है, उस पासे चलूगा। जे पिता की परवरिश माड़ी है ते उस पासे चलूगा। जद जीव अते माया इकट्ठे हुंदे आ ते फिर मन बेईमान हुंदा है। जदों ईश्वर ते अज्ञानता इकट्ठे हो गए ना, उन्हें अज्ञानता नूं डाइवर्ट कर देना, ज्ञान बना देना है। अज्ञानता चों निकलिया ईश्वर परमात्मा नूं पछाण लैंदा है। फिर वो बच्चा आग्याकारी है, जिहड़ा मां बाप की इज्जत जानता है। सतगुर कहते दोए माए दोए बापा पढ़ी है। पंडित जी विचार करके दसो, किस बच्चे की गल करदे हो? किहड़े मां बाप दा जिक्र करदे हो? स्वामी पंडिता तुम देह मते। अगला वचन सतगुर कहते स्वामी पंडिता तुम देहो मती। ऐ पंडित जी मैं तुहानू अपना स्वामी मालक मनदा, किरपा करके मैनू अकल दे दिओ। आखो सतनाम। तुसीं पुछण आए हो, समझाण आए हो ते समझाओ ऐसा जिहड़ा मेरे काम आवे। किड्डी निर्माणता है, किन्नी वड्डी निमरता है। ਇੱਥੇ ਸਾਡੇ ਵਰਗਿਆਂ ਕੋਲ ਕਿਤੇ ਚਾਰ ਅਕਲ ਦੀਆਂ ਗੱਲਾਂ ਆਉਂਦੀਆਂ ਹੁਣ ਅਸੀਂ ਤੇ ਵਾਰੇ ਨਹੀਂ ਹੁੰਦੇ ਤੇ ਗੁਰੂ ਸਾਹਿਬ ਜਾਣਦੇ ਆ ਇਸ ਪੰਡਤ ਕੋਲ ਹੈ ਕੁਛ ਨਹੀਂ, ਦੁਨਿਆਵੀ ਗੱਲਾਂ ਨੇ, ਸਿਰਫ ਕਿਤਾਬਾਂ ਦੀ ਵਿਦਿਆ ਹੈ। ਸਤਿਗੁਰੂ ਉਹਨੂੰ ਵੀ ਮੌਕਾ ਦਿੰਦੇ ਆ ਅੰਮ੍ਰਿਤ ਬਚਨ ਉਚਾਰਨ ਕਰਕੇ, ਕਹਿੰਦੇ ਜੇ ਤੂੰ ਇਹਦੇ ਬਾਰੇ ਕੁਝ ਜਾਣਦਾ ਹੈ ਤੇ ਮੇਰੇ ਇਸ ਮਨ ਨੂੰ ਸਿੱਖਿਆ ਦੇ ਦੇ। ਜੇ ਮੈਨੂੰ ਤੇ ਮੇਰੇ ਮਨ ਨੇ ਕਿਹਾ ਨਾ ਸ਼ਮਸ਼ਾਨ 'ਚ ਬਹਿ ਜਾ, ਮੇਰਾ ਮਨ ਹੀ ਤੇ ਕਹਿੰਦਾ ਨਾ ਵੀ ਛੱਡ ਦੇ ਘਰ ਪਰਿਵਾਰ ਕੀ ਹੈ। ਪੰਡਤ ਜੀ ਜੇ ਤੁਹਾਡੇ ਕੋਲ ਮਤ ਗਿਆਨ ਹੈ, ਸਵਾਮੀ ਬਣ ਕੇ ਮਾਲਕ ਬਣ ਕੇ ਮੈਨੂੰ ਸੋਝੀ ਦੇ ਦਿਓ। ਕਿਨ ਬਿਦ ਪਾਵੋ ਪ੍ਰਾਣਪਤੀ। ਪਰ ਕਿਰਪਾ ਕਰਿਓ ਗਿਆਨ ਐਸਾ ਦਿਓ ਜਿਹੜਾ ਮੇਰੇ ਕੰਮ ਆਵੇ। ਉਹ ਕਿਹੜਾ ਗਿਆਨ? ਕਿਨ ਵਿਦ ਪਾਵੋ ਪ੍ਰਾਣਪਤੀ। ਪ੍ਰਾਣਾ ਤੋਂ ਵੱਧ ਪਿਆਰਾ ਪਤੀ ਪਰਮੇਸ਼ਵਰ ਵਾਹਿਗੁਰੂ ਮੈਂ ਕਿਹੜੇ ਤਰੀਕੇ ਨਾਲ ਲੱਭਾਂ? ਤੂੰ ਮੈਨੂੰ ਆਖਿਆ ਸ਼ਮਸ਼ਾਨ 'ਚ ਬੈਠਾ ਹੈ, ਮਾਪਿਆਂ ਦੀ ਇੱਜ਼ਤ ਨਹੀਂ ਕਰਦਾ, ਤੂੰ ਪਰਿਵਾਰ ਨੂੰ ਨਹੀਂ ਪੁੱਛਦਾ, ਤੇਰੇ ਪੱਲੇ ਕੁਛ ਨਹੀਂ, ਤੂੰ ਉਜਾੜਾ ਕਰਦਾ ਹੈ। ਮਰਦ ਕਹਿੰਦੇ ਫਿਰ ਤੁਸੀਂ ਕਿਰਪਾ ਕਰਕੇ ਦੱਸ ਦਿਓ ਵੀ ਮੈਂ ਉਜਾੜਾ ਕਿਵੇਂ ਛੱਡਾਂ, ਮੈਂ ਸੁਖੀ ਕਿਵੇਂ ਹੋਵਾਂ, ਮੇਰਾ ਮਨ ਆਨੰਦਿਤ ਕਿਵੇਂ ਹੋਵੇ, ਮੈਨੂੰ ਰੱਬ ਪਿਆਰਾ ਪ੍ਰੀਤਮ ਸੱਜਣ ਵਾਹਿਗੁਰੂ ਕਿਵੇਂ ਪ੍ਰਾਪਤ ਹੋਵੇ। ਜੋ ਪਈ ਮਨ ਰਾਜਾ ਬਾਲਕ ਸਮਝੋ,
ਨਿਤ ਪ੍ਰਤ ਜਾਨੋ ਚੰਚਲ ਸੋ। ਗਰੀਬ ਨਵਾਜ ਫਿਰ ਸੰਦਰਭ ਚ ਆ ਕੇ ਦੱਸਦੇ ਆ, ਕਹਿੰਦੇ ਮਨ ਰਾਜਾ ਚੰਚਲ ਬਹੁਤ ਹੈ, ਬੜਾ ਚਲਾਕ ਹੈ। ਬਾਣੀ ਨੇ ਬੜੀ ਵਾਰ ਲਿਖਿਆ ਜੀ, ਥਾਂ ਥਾਂ ਤੇ ਗੁਰੂ ਸਾਹਿਬ ਨੇ ਮਨ ਦਾ ਜ਼ਿਕਰ ਕੀਤਾ ਹੈ। ਕਬਹੂ ਜੀੜਾ ਉਪ ਜੜਦ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਫਿਰ ਨਾ ਰਹਿਤ ਹੈ, ਚਾਰੇ ਗੁਨਾਹ ਪਾਲੇ। ਰੌਲਾ ਤੇ ਮਨ ਦਾ ਹੀ ਹੈ। ਇਹ ਤੇ ਇੱਕ ਖਿੰਨ ਸਿਮਰਨ ਕਰਦਾ ਵੀ ਉੜ ਜਾਂਦਾ ਹੈ, ਸਤਸੰਗ ਕਰਦਾ ਵੀ ਗਾਇਬ ਹੋ ਜਾਂਦਾ ਹੈ, ਲੱਭਦਾ ਹੀ ਨਹੀਂ ਇੱਥੋਂ। ਮਰਦ ਕਹਿੰਦੇ ਇਹ ਚੰਚਲ ਹੈ। ਇੱਕ ਤੇ ਮਨ ਚੰਚਲ ਸੀ, ਦੂਜਾ ਬਣ ਗਿਆ ਰਾਜਾ। ਭਾਵ ਕੀ ਹੈ? ਬੰਦਾ ਤੇ ਪਹਿਲਾਂ ਹੀ ਚਲਾਕ ਬੜਾ ਸੀ, ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦਾ। ਕਹਿੰਦੇ ਉਤੋਂ ਦੁਨੀਆ ਦੀ ਵਿਭੂਤੀ ਪਦਾਰਥ ਪੈਸਾ ਆ ਗਿਆ, ਹੁਣ ਤੇ ਕੁੱਛੜ ਚੁੱਕੇ ਨਿਆਣੇ ਵਾਲਾ ਕੰਮ ਆ ਵੀ ਹੁਣ ਮੈਂ ਦੁਨੀਆ ਤੋਂ ਕੀ ਲੈਣਾ। ਇੱਕ ਤੇ ਚਲਾਕ ਸੀ ਮਨ, ਤੇ ਦੂਜਾ ਮਾਇਆ ਰਾਜਾ ਬਣ ਗਿਆ। ਹੁਣ ਆਮ ਬੰਦਾ ਰਾਜਾ ਬਣੇ, ਉਹਦੀ ਲਿਆਕਤ ਤੋਂ ਪਤਾ ਲੱਗਦਾ, ਖਾਨਦਾਨੀ ਤੋਂ ਪਤਾ ਲੱਗਦਾ ਵੀ ਬੰਦਾ ਡਾਊਨ ਟੂ ਅਰਥ ਹੈ। ਤੇ ਜਿਹੜਾ ਚਾਹ ਵੇਚਣ ਵਾਲਾ ਕੋਈ ਬਣ ਜੇ ਰਾਜਾ, ਉਹ ਕੀ ਕਰੂਗਾ? ਸਾਰਾ ਕੁਝ ਹੀ ਵੇਚੂਗਾ। ਆਖੋ ਸਤਿਨਾਮ। ਕਦੇ ਸੁਣਿਆ ਸੀ ਇੱਥੇ ATM ਅੱਗੇ ਲਾਈਨਾਂ ਲੱਗਦੀਆਂ ਸੀ? ਲੱਗਦੀਆਂ ਸੀ। ਫਿਰ ਲਾਕਡਾਊਨ 'ਚ ਰਾਸ਼ਨ ਅੱਗੇ ਲਾਈਨਾਂ ਲੱਗੀਆਂ, ਹੁਣ ਮੁਰਦਿਆਂ ਦੀਆਂ ਲੱਗਣ ਲੱਗੀਆਂ, ਲਾਸ਼ਾਂ ਦੀਆਂ ਲੱਗਣ ਲੱਗੀਆਂ। ਇਹ ਕੀ ਹੈ? ਇੱਕ ਸਬਕ ਹੈ। ਜਦ ਰਾਜਾ ਚੰਚਲ ਹੋਏਗਾ, ਚਲਾਕ ਹੋਏਗਾ, ਸਿਰਫ ਆਪਣੀ ਪ੍ਰਜਾ ਦਾ ਖੂਨ ਨਿਚੋੜੇਗਾ। ਸਤਿਗੁਰ ਕਹਿੰਦੇ ਪੰਡਤ ਜੀ, ਮਨ ਚੰਚਲ ਰਾਜਾ ਬਣ ਗਿਆ, ਕਿਸੇ ਦਾ ਮਿੱਤ ਨਹੀਂ। ਨੀਤ ਨਾ ਸਿੱਖੋ ਰੂਪ ਗਿਆਨਾ, ਖੇਲ ਰਚਿਓ ਸੁਖ ਵਿਸੈ ਮਹਾਨਾ। ਇਹਨੂੰ ਕੋਈ ਸੁੱਖ ਦੁੱਖ ਦਾ ਪਤਾ ਹੀ ਨਹੀਂ। ਬਚਪਨਾ ਹੋਣ ਕਰਕੇ ਚਲਾਕੀ ਬੇਸ਼ੱਕ ਵਰਤਦਾ ਹੈ, ਪਰ ਖੇਲਦਾ ਫਰੀ ਦਿੰਦਾ। ਨਿਆਣੇ ਨੂੰ ਜਿੰਨਾ ਮਰਜ਼ੀ ਸਮਝਾਈ ਚੱਲੋ ਜੀ, ਉਹਨੇ ਖੇਡਣ ਨਹੀਂ ਹੈ। ਅੱਜ ਜ਼ਮਾਨਾ ਚੱਲਦਾ ਆਨਲਾਈਨ ਕਲਾਸਾਂ ਦਾ, ਜਿੰਨਾ ਫੋਨਾਂ ਕਰਕੇ ਕਦੇ ਸਕੂਲ ਚੋਂ ਕੱਢਿਆ ਜਾਂਦਾ ਸੀ, ਅੱਜ ਉਹੀ ਫੋਨ ਬਿਠਾਈ ਬੈਠੇ ਆ, ਉਹ ਪੜ੍ਹਦੇ ਪੜ੍ਹਦੇ ਫੇਰ ਖੇਡਣ ਲੱਗ ਜਾਂਦੇ ਆ। ਕੀ ਆ ਉਹ? ਨਿਆਣਮਤ, ਚੰਚਲਤਾ। ਚੰਚਲਤਾ 35-40 ਸਾਲਾਂ ਤੱਕ ਵੀ ਰਹਿੰਦੀ ਹੈ, ਜਿਨ੍ਹਾਂ 'ਚ ਹੈ 70 ਸਾਲਾਂ ਤੱਕ ਵੀ ਹੈ, ਤੇ ਜਿਨ੍ਹਾਂ ਦੀ ਗਈ ਨਾ 5 ਸਾਲਾਂ ਬਾਅਦ ਹੀ ਬੁੱਢੇ ਜੋ ਕੇ ਤੁਰੇ ਫਿਰਦੇ ਆ, ਦੁਖੀ। ਬਚਪਨਾ ਬੜੀ ਵੱਡੀ ਚੀਜ਼ ਹੈ। ਜ਼ਰੂਰੀ ਨਹੀਂ ਹੈ ਵੀ ਬਚਪਨਾ ਇੱਕ ਵਾਰੀ ਲੰਘ ਗਿਆ, ਲੋਕੀ ਫੋਟੋਆਂ ਪਾਉਂਦੇ ਫਿਰਦੇ, ਮੁੜ ਨਹੀਂ ਆਉਂਦਾ। ਉਹਨੇ ਕਿਉਂ ਨਹੀਂ ਆਉਂਦਾ ਬਾਈ? ਜਿਨ੍ਹਾਂ ਦੇ ਜੀਵਨ ਵਿੱਚ ਹੈ ਭਗਤਾਂ ਦੇ, ਉਹ ਅੱਜ ਵੀ ਬਚਪਨ 'ਚ ਜਿਉਂਦੇ ਆ, ਅੱਜ ਵੀ ਨਿਆਣ ਮੱਤ ਵਿੱਚ ਜਿਉਂਦੇ ਆ, ਕਿਉਂਕਿ ਨਿਆਣ ਮੱਤ ਵਿੱਚ ਚੰਗੇ ਮਾੜੇ ਦੀ ਪਰਖ ਨਹੀਂ ਹੁੰਦੀ। ਸਤਿਗੁਰ ਸੰਦਰਭ ਵਿੱਚ ਦੱਸ ਰਹੇ ਆ, ਕਹਿੰਦੇ ਇਹ ਨਿਆਣਾ ਮਨ 5 ਵਿਕਾਰਾਂ ਨੂੰ ਮਿੱਤਰ ਬਣਾਈ ਫਿਰਦਾ ਹੈ। ਕਿਵੇਂ? ਸਰਪ ਅਗਨ ਜਿਉਂਦੀ। ਕਹਿੰਦੇ ਛੋਟਾ ਜਿਹਾ ਬੱਚਾ, ਮਾਂ ਅੱਗ ਬਾਲ ਕੇ ਰੋਟੀ ਪਕਾ ਰਹੀ ਹੈ ਚੁੱਲ੍ਹੇ ਤੇ, ਉਹਨੂੰ ਅੱਗ ਸੋਹਣੀ ਲੱਗਦੀ ਆ, ਉਹ ਭੱਜ ਕੇ ਅੱਗ ਕੋਲੇ ਆਉਂਦਾ। ਮਾਂ ਕਹਿੰਦੀ ਪੁੱਤ ਪਾਸੇ ਹੋ ਜਾ, ਉਹ ਰੋਂਦਾ ਕਿ ਮੈਨੂੰ ਫੜਨ ਦੀ ਜਾਂਦੀ ਆ, ਕਿ ਮਾਂ ਠੀਕ ਨਹੀਂ ਹੈ, ਮੇਰੀ ਸਿਆਣੀ ਨਹੀਂ ਹੈ, ਗੁੱਸਾ ਕਰਦਾ। ਗੁਰਬਾਣੀ ਪ੍ਰਵਾਨ ਦੇ ਰਹੀ। ਕਹਿੰਦੇ ਬੱਚੇ ਨੇ ਸੱਪ ਵੇਖਿਆ, ਉਹਨੂੰ ਮੇਲਦਾ ਸੋਹਣਾ ਲੱਗਦਾ, ਉਹ ਫੜਨ ਵਾਸਤੇ ਜਾਂਦਾ, ਮਾਂ ਚੁੱਕ ਕੇ ਥੱਪੜ ਮਾਰ ਕੇ ਪਰਾਂ ਲੈ ਜਾਂਦੀ, ਵੇਖੀ ਕਿਤੇ ਮਰ ਜਾਣਾ ਸੀ। ਉਹ ਰੋਂਦਾ ਵੀ ਮੈਂ ਖੇਡਣਾ ਸੀ, ਮੈਨੂੰ ਜਾਣ ਕਿਉਂ ਨਹੀਂ ਦਿੱਤਾ। ਕਹਿੰਦੇ ਮਨ ਰੂਪ ਰਾਜਾ ਵਿਸ਼ਿਆਂ ਦੀ ਚੰਚਲਤਾ 'ਚ ਇੰਨਾ ਡੁੱਬਿਆ, ਪਿਤਾ ਪਰਮਾਤਮਾ ਕਹਿੰਦਾ ਬੰਦਗੀ ਕਰਿਆ ਕਰ, ਇਹ ਕਹਿੰਦਾ ਮੈਨੂੰ ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਹੰਕਾਰ ਚੰਗਾ ਲੱਗਦਾ। ਸਤਿਨਾਮ। ਵਿਕਾਰ ਮੱਤ ਮਾਰ ਦਿੰਦੇ ਆ, ਭੁਲਾ ਦਿੰਦੇ ਆ, ਤੇ ਜਦੋਂ ਹਉਮੈ ਆ ਜੇ ਫਿਰ ਸੋਚਦਾ ਜੀ ਕੁਛ, ਫਿਰ ਸਾਰੀਆਂ ਚੀਜ਼ਾਂ ਖਤਮ ਕਰਕੇ ਹਉਮੈ ਕਹਿੰਦੀ ਮੈਥੋਂ ਵੱਧ ਚੰਚਲ, ਸਿਆਣਾ ਤੇ ਚਲਾਕ ਦੁਨੀਆ ਤੇ ਕੋਈ ਨਹੀਂ। ਮਰਦ ਕਹਿੰਦੇ ਰਾਜਾ ਤੇ ਉਹੀ ਬਣਦਾ ਜਿਹੜਾ ਚਲਾਕ ਹੋਵੇ, ਪਰ ਨਿਆਣਾ ਰਾਜ ਕਰਨ ਲੱਗ ਜੇ ਘਾਤਕ ਹੁੰਦਾ ਹੈ। ਇਸੇ ਕਰਕੇ ਬੱਚਿਆਂ ਨੂੰ ਰਾਜ ਨਹੀਂ ਦਿੱਤਾ ਜਾਂਦਾ। ਪੁਰਾਣੇ ਸਮੇਂ ਤੋਂ ਜਦ ਕੋਈ ਬੱਚਾ ਰਾਜ ਕਰਦਾ ਸੀ, ਔਰੰਗਜ਼ੇਬ ਬੱਚਾ ਸੀ, ਜਦ ਪਿਓ ਦੀ ਗੱਦੀ ਤੇ ਬੈਠਾ ਕੀ ਕਰਤੂਤ ਕੀਤੀ ਉਹਨੇ, ਸੋਚ ਕੇ ਹੋਈ ਸੀ। ਹਾਂ, ਚੰਗਾ ਬੱਚਾ ਆਇਆ, ਭਗਤੀ ਨਾਲ ਜੁੜਿਆ ਹੋਇਆ, ਉਹ ਫਿਰ ਧਰੂ ਵਰਗਿਆ 36,000 ਸਾਲ ਰਾਜ ਕੀਤਾ। ਪਰਵਰਿਸ਼ ਚੰਗੀ ਸੀ, ਮਾਂ ਚੰਗੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸਾ ਬਚਨ ਆਖਿਆ, ਕਦੇ ਪੰਡਤ ਸੋਚੇ ਹੋ ਕੀ ਗਿਆ। ਮੈਂ ਤੇ ਕਹਿੰਦਾ ਸੀ ਬੋਲਦੇ ਨਹੀਂ, ਇਹ ਤੇ ਝੱਲਾ ਬੈਠਾ ਇੱਥੇ ਸ਼ਮਸ਼ਾਨ ਵਿੱਚ ਆ ਕੇ ਤੇ ਪਰਦੇ ਖੋਲਦਾ। ਮਹਾਰਾਜ ਕਹਿੰਦੇ ਦੱਸ ਵੀ ਇਹ ਸਰੀਰ ਰੂਪੀ ਨਗਰੀ ਦੇ ਵਿੱਚ ਮਨ ਰਾਜ ਕਰਦਾ। ਮਨ ਦਾ ਹੀ ਰਾਜ ਹੈ ਸਾਡੇ ਸਰੀਰ ਤੇ। ਮੈਂ ਨਾਵਾਂ ਨਾ ਉੱਠਾਂ ਨਾ ਉੱਠਾਂ, ਸੋਵਾ ਨਾ ਸੋਵਾ, ਖਾਵਾਂ ਨਾ ਖਾਵਾਂ, ਮਨ ਦੀ ਮਰਜ਼ੀ। ਕੋਈ ਆਖੇ ਚੱਲੇਗਾ ਮੇਰੇ ਨਾਲ, ਕਹਿੰਦਾ ਨਾ ਮੇਰੀ ਮਰਜ਼ੀ, ਮੈਂ ਜਾਵਾਂ ਨਾ ਜਾਵਾਂ, ਤੂੰ ਕੌਣ ਲੈ ਕੇ ਜਾਣਾ। ਲੜ ਪੈਂਦਾ ਆਪਣੇ ਨਾਲ, ਲੜਦਾ। ਮਨ ਦਾ ਰਾਜ ਇਸ ਬੌਡੀ ਤੇ, ਸਰੀਰ ਉੱਤੇ, ਤਿੰਨੇ ਸਰੀਰਾਂ ਤੇ ਰਾਜ। ਗੁਰੂ ਸਾਹਿਬ ਕਹਿੰਦੇ ਕੱਚੀ ਨਗਰੀ ਹੈ, ਖੇਡਣ ਨੂੰ ਚੰਗੀ ਲੱਗੀ,
ਬੱਚਿਆਂ ਨੂੰ ਮਿੱਟੀ ਦੇ ਘਰ ਚੰਗੇ ਲੱਗਦੇ ਆ ਨਾ, ਬਣਾ ਲੈਂਦੇ ਆ, ਢਾ ਲੈਂਦੇ ਆ, ਖੇਡੀ ਜਾਂਦੇ ਆ, ਰੋਣ ਲੱਗ ਪੈਂਦੇ ਆ। ਕਹਿੰਦੇ ਮਨ ਬੱਚਾ ਸੀ, ਨਗਰੀ ਕੱਚੀ ਸੀ, ਬਸ ਭਲੇਖਾ ਪਾ ਕੇ ਬਹਿ ਗਿਆ ਵੀ ਨਗਰੀ ਸਦਾ ਰਹਿਣ ਵਾਲੀ ਹੈ, ਇਹਨੂੰ ਤਾਂ ਢੇਰੀ ਕਰਦਾ ਫਿਰਦਾ ਏ। ਕਾਚੀ ਨਗਰੀ ਮੇਹ ਬਾਸਾ, ਆਜ ਕਾਲ ਜੇ ਹੋਏ ਵਿਨਾਸ਼। ਭਾਈ ਕੱਚੀ ਨਗਰੀ ਦੇ ਰਾਜ ਦਾ ਅਭਿਮਾਨ ਕਰਕੇ ਬਹਿ ਗਿਆ ਵੀ ਮੇਰਾ ਰਾਜ ਸਦਾ ਰਹਿਣਾ। ਕੱਚੀ ਨਗਰੀ ਸਰੀਰ, ਸੰਸਾਰ, ਸਰੀਰ ਦਾ ਮਾਣ ਕਰੀ ਫਿਰਦਾ ਨਾ ਬੰਦਾ। ਇੱਥੇ ਵੱਡੇ ਵੱਡੇ ਲੋਕ ਸੀ, ਦੁਨੀਆ ਦਾ ਭਲਾ ਕਰਨ ਵਾਲੇ, ਬੁਰਾ ਕਰਨ ਵਾਲੇ, ਜਦੋਂ ਇੱਕ ਸਾਹ ਨਹੀਂ ਆਇਆ ਨਾ, ਅਗਲਿਆਂ ਬੈਗ 'ਚ ਪਾ ਕੇ ਸੁੱਟ ਦਿੱਤੇ। ਲੱਕੜਾਂ ਦੀ ਨਸੀਬ ਨਹੀਂ। ਹੁਣ ਪਤਾ ਲੱਗਿਆ ਦੁਨੀਆ ਨੂੰ, ਬਾਣੀ ਕਹਿੰਦੀ ਸੀ ਨਾ ਆਮ ਆਦਮੀ ਹਾਂ ਇੱਕਦਮ। ਆ ਜਿਹੜਾ ਦੌਰ ਚੱਲਦਾ ਜਿਹੋ ਜਿਹਾ ਮਰਜ਼ੀ ਚੱਲਦਾ, ਇੱਥੇ ਪਤਾ ਲੱਗਦਾ ਬੰਦਾ ਕਾਹਦਾ ਮਾਣ ਕਰਦਾ ਫਿਰਦਾ, ਉਹ ਇੱਕ ਸਾਹ ਦਾ ਭਰੋਸਾ ਨਹੀਂ। ਆਦਮੀ ਉਦੋਂ ਤੱਕ ਜਦੋਂ ਤੱਕ ਦਮ ਆਇਆ, ਜਦ ਨਿਕਲ ਗਿਆ ਸਾਹ, ਪਤਾ ਲੱਗਦਾ ਫਿਰ ਉਹ ਦੁਨੀਆ ਜਾਈ ਦੁਨੀਆ। ਇੱਕ ਸਾਹ 'ਚ ਹੀ ਫਰਕ ਆ ਨਾ, ਲੋਕ ਪਰਲੋਕ ਦਾ। ਸਾਹ ਚੱਲਦਾ ਤੇ ਇਸ ਲੋਕ ਵਿੱਚ ਰੁਕਿਆ ਤੇ ਪਰਲੋਕ ਵਿੱਚ, ਤੇ ਉਹ ਸਾਹ ਦਾ ਨਹੀਂ ਪਤਾ ਕਿਹੜਾ ਹੈ। ਇੱਕ ਸੈਕਿੰਡ ਤੋਂ ਵੀ ਘੱਟ ਦਾ ਸਮਾਂ ਜਿਹਦਾ ਅਸੀਂ ਹੰਕਾਰ ਚੱਕੀ ਫਿਰਦੇ ਹਾਂ। ਸਤਿਗੁਰ ਕਹਿੰਦੇ ਕੱਚੀ ਨਗਰੀ ਦਾ ਹੰਕਾਰ ਮਨ ਰੂਪ ਰਾਜਾ ਕਰਦਾ ਫਿਰਦਾ ਹੈ, ਨੱਚਦਾ ਟੱਪਦਾ ਵੀ ਮੇਰੀ ਨਗਰੀ ਸਦਾ ਰਹਿਣੀ। ਮਰਦ ਕਹਿੰਦੇ ਸਦਾ ਨਹੀਂ ਰਹਿਣੀ। ਕਾਚੀ ਪੀਤ ਨਾ ਸ਼ੁੱਧ। ਇਹ ਕੱਚੀਆਂ ਕੰਧਾਂ ਇਸ ਨਗਰ ਦੀਆਂ। ਸਰੀਰ ਕੀ ਹੈ ਜੀ, ਐਕਸੀਡੈਂਟ ਮਾੜਾ ਜਿਹਾ ਹੋਇਆ ਪੜਾਗ ਤੇ ਟੁੱਟ ਜਾਂਦਾ ਹੈ ਜੀ। ਕੁਛ ਪਾਣੀ ਆਇਆ ਮਾੜਾ ਜਿਹਾ ਪੈਰ ਤਲਕਿਆ ਡੁੱਬ ਜਾਂਦਾ ਹੈ। ਝਟਕਾ ਕਿਸੇ ਨੇ ਮਾਰਿਆ ਚਨਚੇਤ ਕੁੰਮਾਂ 'ਚ ਚਲਿਆ ਜਾਂਦਾ ਹੈ। ਮਿੱਟੀ ਤੇ ਹੈ, ਇਹ 'ਚ ਹੈ ਹੋਰ ਕੀ ਹੈ। ਇੱਕ ਪਲ ਦੇ ਵਿੱਚ ਇਹ ਮਨ ਚਲਾਕ ਏਡਾ ਸਰੀਰ ਦਾ ਖਹਿੜਾ ਛੱਡ ਦਿੰਦਾ। ਜਦੋਂ ਨਿਆਣੇ ਨੂੰ ਖੇਡਦੇ ਨੂੰ ਪਤਾ ਲੱਗੇ ਨਾ, ਮਾਂ ਸੋਟੀ ਲੈ ਕੇ ਆਉਂਦੀ ਆ, ਉਹ ਖੇਡਾਂ ਖੂਡਾਂ ਭੁੱਲ ਜਾਂਦੀ ਆ। ਉਹਨਾਂ ਘਰਾਂ ਦੀ ਟੱਪ ਦਾ ਫਿਰਦਾ ਜਿਹਨੂੰ ਬਣਾ ਸਵਾਰਦਾ ਬੈਠਾ ਸੀ ਨਾ, ਬੜੇ ਸੋਹਣੇ ਸੋਹਣੇ ਤਰੀਕੇ। ਕਹਿੰਦੇ ਜਦ ਮੌਤ ਆਉਂਦੀ ਹੈ ਮਨ ਛਾਲ ਮਾਰ ਪਹਿਲਾਂ ਹੀ ਨਿਕਲ ਜਾਂਦਾ। ਆਖੋ ਸਤਿਨਾਮ। ਉਸੇ ਨਗਰੀ ਨੂੰ ਛੱਡ ਜਾਂਦਾ ਹੈ ਜਿਸ ਨਗਰੀ ਦਾ ਮਾਣ ਕਰਦਾ ਸੀ। ਨਿਤ ਥਿਰ ਜਾਣਤ ਕੀਨ ਸੁਨੇਹਾ, ਕਹਿ ਕਾਲ ਪਰ ਜਬ ਮੇਹਾ। ਕਹਿੰਦੇ ਨਿਤ ਇਹਨੂੰ ਆਪਣੀ ਜਾਣ ਕੇ ਸੰਭਾਲਦਾ ਫਿਰਦਾ ਮਨ। ਨਗਰੀ ਮੇਰੀ ਹੈ, ਸਰੀਰ ਮੇਰਾ ਹੈ, ਪਰ ਕਹਿੰਦੇ ਕਿੰਨਾ ਕੁ ਭਰੋਸਾ ਏ ਮਿੱਟੀ ਦੇ ਸਰੀਰ ਦਾ। ਸੰਸਾਰੀ ਤੌਰ ਤੇ ਮਿੱਟੀ ਦੇ ਘਰ ਹੋਣ, ਕਹਿੰਦੇ ਮੀਂਹ ਪੈ ਜੇ ਖੁਰ ਜਾਂਦੇ ਆ। ਪੁਰਾਣੇ ਬਜ਼ੁਰਗ ਲਿਪਦੇ ਥੱਕ ਜਾਂਦੇ ਸੀ ਜੀ। ਬਰਸਾਤ ਆਉਣੀ, ਝੜੀ ਲੱਗਣੀ, ਬਸ ਮਿੱਟੀ ਭਿਓ ਕੇ ਰੱਖਣੀ। ਉਹਨਾਂ ਨੂੰ ਪਤਾ ਸੀ ਵੀ ਹੁਣ ਕੰਮ ਹੋਣ ਵਾਲਾ ਹੈ, ਲਿਪੀ ਪੋਚੀ ਚੱਲੀ ਜਾਂਦੀ। ਸਤਿਗੁਰ ਕਹਿੰਦੇ ਆ ਸਰੀਰ, ਜਵਾਨੀ, ਬਚਪਨ, ਬੁਢਾਪਾ, ਇਹ ਵੈਸੇ ਵੀ ਖੁਰਦਾ ਜਾਂਦਾ ਹੈ। ਤੁਸੀਂ ਇੱਕ ਚੀਜ਼ ਵੇਖੋ, ਆਪਣੀਆਂ ਫੋਟੋਆਂ ਖਿੱਚ ਕੇ ਵੇਖੋ, ਹਰ ਸਾਲ ਜਵਾਨੀ ਦੀਆਂ ਵੇਖ ਲਿਓ, ਬਚਪਨ ਦੀਆਂ ਵੇਖ ਲਿਓ, ਤੇ ਹੁਣ ਵੇਖ ਲਿਓ, ਮੂੰਹ ਡਾਇਨਾਸੌਰ ਵਰਗੇ ਹੋਈ ਫਿਰਦੇ ਆ। ਜਿਉਂ ਸਭ ਦੇ ਹੋਣੇ ਆ, ਸਾਡੇ ਵੀ ਹੋਣੇ, ਜਿਹਦੇ ਹੋਣੇ ਆ। ਬਜ਼ੁਰਗ ਜਦੋਂ ਹੁੰਦਾ ਹੈ ਸ਼ਕਲਾਂ ਦਾ ਪਤਾ ਲੱਗਦਾ ਹੈ, ਪਰ ਫਿਰ ਵੀ ਬੰਦਾ ਨਹੀਂ ਸਮਝਦਾ ਵੀ ਮੈਂ ਅੱਜ ਤੋਂ 30 ਸਾਲ ਪਹਿਲਾਂ ਕੀ ਸੀ ਤੇ ਹੁਣ ਕੀ ਕਰਦਾ। ਸਰੀਰ ਇੱਕ ਨਗਰੀ ਹੈ, ਜਿੰਨਾ ਮਰਜ਼ੀ ਲਿਪੀ ਜਾਓ, ਬਾਹਰੋਂ ਲਪਾਈ ਜਾਓ ਜਾ ਕੇ, ਪਰ ਕੁਛ ਨਹੀਂ। ਜਦੋਂ ਕੰਧਾਂ ਦੀਆਂ ਬੁਨਿਆਦਾਂ ਮਾਰੀਆਂ, ਕਹਿੰਦੇ ਮੌਤ ਨੇ ਮਾੜਾ ਜਿਹਾ ਝਟਕਾ ਦਿੱਤਾ, ਮਿੱਟੀ ਖੁਰ ਵੀ ਗਈ ਤੇ ਢਹਿ ਢੇਰੀ ਵੀ ਹੋ ਗਈ। ਆਖੋ ਸਤਿਨਾਮ। ਰਹਿ ਗਿਆ ਮਨ, ਉੱਡ ਗਿਆ। ਇਹ ਮਨ ਉੱਡਿਓ ਪਖੇਰੂ ਬਣ ਕਾ। ਸਤਿਗੁਰ ਕਹਿੰਦੇ ਪਖੇਰੂ ਬਣ ਕੇ ਪ੍ਰਾਣ ਨਿਕਲ ਜਾਂਦੇ ਨੇ। ਜਿਸ ਮਨ ਨੇ ਇਸ ਸਰੀਰ ਦਾ ਮਾਣ ਕੀਤਾ, ਮਾਣ ਵੀ ਮਿੱਟੀ ਦਾ ਕੀਤਾ। ਮਿੱਟੀ ਦਾ ਕਾਹਦਾ ਮਾਣ ਹੈ ਜੀ? ਹੜ੍ਹ ਆ ਗਏ, ਦਰਿਆ ਜੇ ਚੜ੍ਹ ਕੇ ਮਿੱਟੀ ਵੱਡੀ ਵੱਡੀ ਥਾਵਾਂ ਦੀ ਖੁਰ ਜਾਂਦੀ। ਲੋਕਾਂ ਜਿਹੜੀਆਂ ਕੋਠੀਆਂ ਬਣਾਈਆਂ ਖੁਰ ਜਾਂਦੀਆਂ ਨੇ, ਹੜ ਜਾਂਦੀਆਂ, ਮਿੱਟੀ ਸੀ। ਸਤਿਗੁਰ ਕਹਿੰਦੇ ਜਦੋਂ ਕਾਲ ਰੂਪ ਹਨੇਰੀ ਆਈ, ਕਾਲ ਦੀ ਬਰਸਾਤ ਆਈ, ਆ ਬਾਲਕ ਦੀ ਨਗਰੀ ਜਿਹਦੇ ਤੇ ਰਾਜ ਕਰਦਾ ਸੀ ਮਨ, ਪਲਾਂ ਵਿੱਚ ਢਹਿ ਢੇਰੀ ਹੋ ਜਾਣੀ ਹੈ। ਜਾਏ ਅਚਾਨਕ ਘਰ ਇਹ ਸਾਰੇ, ਤਬ ਸੋ ਜੀਵੈ ਦੁਖ ਮਯਾਰੇ। ਜਦ ਤੱਕ ਮਨ ਇਸ ਨਗਰ ਵਿੱਚ ਜਿਉਂਦਾ ਹੈ, ਲਿਪਾ ਪੋਚੀ ਕਰਕੇ ਹੀ ਜਿਉਂਦਾ ਹੈ। ਦਵਾਈਆਂ ਖਾਂਦਾ ਫਿਰਦਾ ਸਾਰੀ ਜ਼ਿੰਦਗੀ, ਹਾਏ ਮੈਂ ਠੀਕ ਹੋ ਜਾ, ਮੇਰੀ ਉਮਰ ਵੱਧ ਜੇ, ਮੈਂ ਭੱਜਾਂ ਸਵੇਰੇ ਸਵੇਰੇ ਜਵਾਨ ਹੋ ਜਾ, ਫਿਰਦਾ ਨਾ ਬਚਿਆ। ਇਹ ਦੱਸੋ ਜੀ ਕੋਈ ਬੁੱਢਾ ਹੋ ਕੇ ਜਵਾਨ ਹੋਇਆ? ਦੁਨਿਆਵੀ ਤੌਰ ਜਿੰਨਾ ਮਰਜ਼ੀ ਭੱਜੀ ਚਲੋ ਠੀਕ ਹੈ, ਕਸਰਤ ਕਰਨੀ ਜ਼ਰੂਰੀ ਹੈ, ਮੈਂ ਵੀ ਕਰਦਾ, ਸਾਰੇ ਕਰਦੇ ਆ। ਪਰ ਜੇ ਕੋਈ ਆ ਕੇ ਹੁਣ ਮੈਂ ਆਖਾਂ ਵੀ ਮੈਂ ਰੋਜ਼ 5 ਗੇੜੇ ਪਾਰਕ ਦੇ ਲਾਵਾਂ, 2 ਘੰਟੇ ਲਾਵਾਂ ਜਿੰਮ, ਤੇ ਮੈਂ ਜੀ 7 ਸਾਲਾਂ ਦਾ ਹੋ ਜਾਊਗਾ ਜੀ 2 ਸਾਲ ਬਾਅਦ, ਹੋ ਸਕਦਾ? ਨਹੀਂ, ਕਦੇ ਵੀ ਨਹੀਂ ਹੋਣਾ। ਉਹੀ ਸਮਝਾ ਰਹੇ ਆ ਸਾਰੇ। ਕਹਿੰਦੇ ਜੇ ਮੀਂਹ ਪੈ ਗਿਆ ਕਾਲ ਦਾ ਤੇ ਇਸ ਨਗਰ ਸਰੀਰ ਨੇ ਖੁਰ ਜਾਣਾ ਹੈ।
ਜੇ ਧੁੱਪ ਚੜ੍ਹਦੀ ਰਹੀ ਉਤੋਂ ਤੇ ਵਿਕਾਰਾਂ ਨੇ ਇਹਨੂੰ ਅੰਦਰੋਂ ਅੰਦਰ ਗੋਲ ਦੇਣਾ। ਬਸ ਫਿਰ ਹਨੇਰੀ ਆਈ ਤਾਂ ਉੱਡਿਆ, ਕੁਛ ਨਾ ਕੁਛ ਛੱਪਰ ਉੱਡ ਗਿਆ। ਭਗਤ ਰਵਿਦਾਸ ਜੀ ਨੇ ਬੜਾ ਸੋਹਣਾ ਲਿਖਿਆ ਹੋਇਆ। ਪੜੋਸਣ ਨੂੰ ਪੁੱਛਦੇ ਆ, ਕਹਿੰਦੇ ਆ ਛੱਪਰੀ ਕਿੱਥੋਂ ਬਣਵਾਈ ਹੈ? ਸੋ ਸਮਾਂ ਨਹੀਂ ਉਸ ਚੀਜ਼ ਦਾ ਵਿਸਥਾਰ ਕੀਤਾ ਜਾਏ। ਕਾਪੈ ਛਾਨ ਚਵਾਈ ਹੋ ਤੋ ਕੋ ਦੁਗਣੀ ਮਜ਼ਦੂਰੀ ਦੇ ਹੋ ਤੋ ਕੋ ਬੇਟੀ ਤੇ ਬਤਾਈ ਹੋ। ਕਿਹੜਾ ਮਿਸਤਰੀ ਜਿਹੜਾ ਐਡਾ ਸੋਹਣਾ ਘਰ ਬਣਾ ਗਿਆ, ਇਹ ਮੀਂਹ 'ਚ ਵੀ ਖੁਰਦਾ ਨਹੀਂ। ਉਹ ਅੰਦਰ ਆਤਮੇ ਗੱਲ ਕਰਦੇ ਆ ਵੀ ਜਿਸ ਗੁਰੂ ਸਤਿਗੁਰ ਨੇ ਇੰਨਾ ਸੋਹਣਾ ਸਰੀਰ ਬਣਾਤਾ, ਤੂੰ ਬੰਦਗੀ ਕਰਕੇ ਉਹਦੇ ਵਰਗਾ ਹੋ ਗਿਆ। ਹੁਣ ਉਹਦੇ ਬਣਾਏ ਰੂਪ ਨੂੰ ਢਾਉਂਦਾ ਨਹੀਂ, ਉਹ ਪਰਮਾਤਮਾ ਕੌਣ ਹੈ? ਉਹ ਮਾਲਕ ਕਿਹੜਾ ਹੈ? ਭਾਈ ਜੀ ਨੇ ਏਡੀ ਸੋਹਣੀ ਛੱਪਰੀ ਬਣਾਈ ਹੈ, ਜਿਹਨੇ ਛੰਨ ਬਣਾ ਕੇ ਦਿੱਤੀ ਤੇ ਇੱਥੇ ਬਾਲਕ ਰਾਜਾ ਨਗਰੀ ਕੱਚੀ ਦੁਸਤਾਂ ਨਾਲ ਪਿਆਰੋ। ਸਤਿਗੁਰ ਕਹਿੰਦੇ ਪੰਡਤ ਜੀ ਕਿਰਪਾ ਕਰਕੇ ਮੈਨੂੰ ਸਮਝਾਓ ਵੀ ਇਹ ਮਨ ਜਿਉਂਦਾ ਜੀ ਜਦ ਤੱਕ ਰਾਜ ਕਰਦਾ ਦੁਖੀ ਉਦੋਂ ਵੀ ਹੈ, ਤੇ ਜਿੱਦਣ ਇਸ ਨਗਰ ਨੂੰ ਛੱਡ ਕੇ ਜਾਂਦਾ ਸੁਖੀ ਉਸ ਦਿਨ ਵੀ ਨਹੀਂ ਹੁੰਦਾ। ਭਾਵ ਕੀ ਹੈ? ਸਰੀਰ ਵਿੱਚ ਰਹਿ ਕੇ ਦੱਸੋ ਅੱਜ ਖੁਸ਼ ਕੌਣ ਹੈ? ਦੁਨੀਆ ਵਿੱਚ ਰਹਿ ਕੇ ਕੋਈ ਇੱਕ ਬੰਦਾ ਦੱਸ ਦਿਓ ਜੀ ਜਿਹੜਾ ਹਰ ਵੇਲੇ ਖੁਸ਼ ਰਹਿੰਦਾ, ਜਿਹਦੀ ਮਰਜ਼ੀ ਬਾਂਹ ਫੜ ਕੇ ਵੇਖੋ ਸਾਰੇ ਦੁਖੀ ਨੇ, ਸਭ ਰੋਂਦੇ ਫਿਰਦੇ ਆ, ਮਨ ਸਭ ਦਾ ਦੁਖੀ ਹੈ। ਗੁਰੂ ਸਾਹਿਬ ਉਹ ਜ਼ਿਕਰ ਕਰ ਰਹੇ ਆ, ਕਹਿੰਦੇ ਇਸ ਮਨ ਨੇ ਰਾਜ ਕੀਤਾ ਤਾਂ ਦੁਖੀ ਕਿਉਂਕਿ ਮਨ ਦੀ ਚੰਚਲਤਾ ਦੁਖੀ ਕਰਦੀ। ਮਨ ਨੂੰ ਦੁਖੀ ਕੌਣ ਕਰਦਾ ਜੀ? ਨਾ ਤੂੰ ਕੀਤਾ ਨਾ ਉਹਨੇ ਕੀਤਾ, ਮਨ ਨੂੰ ਦੁਖੀ ਕੀਤਾ ਮਨ ਦੀ ਚਲਾਕੀ ਨੇ, ਮਨ ਦੀ ਚਤਰਾਈ ਨੇ, ਚਤਰਾਈਆਂ ਕਰਦਾ ਹੈ ਮਨ। ਗੁਰੂ ਸਾਹਿਬ ਨੇ ਬਾਣੀ 'ਚ ਬੜੀ ਵਾਰ ਲਿਖਿਆ ਹੈ, ਕਹਿੰਦੇ ਗਧੇ ਵਰਗੀ ਚਤਰਾਈ ਇਸ ਮਨ ਦੀ ਹੈ, ਕਦੇ ਕੁਛ ਕਰਦਾ ਕਦੇ ਕੁਛ ਕਰਦਾ, ਸੋਚਦਾ ਮੇਰੇ ਬਾਰੇ ਦੁਨੀਆ ਨੂੰ ਕੁਛ ਪਤਾ ਨਹੀਂ ਲੱਗਦਾ। ਮੈਂ ਸਿਆਣਾ ਬੜਾ, ਮੈਂ ਚਤਰ ਬੜਾ, ਮੈਂ ਚਲਾਕ ਬੜਾ। ਮਰਦ ਕਹਿੰਦੇ ਇਹ ਰਾਜੇ ਨੇ ਚਲਾਕੀਆਂ ਖੇਡੀਆਂ, ਚਤਰਾਈਆਂ ਕੀਤੀਆਂ, ਕਾਹਦੀਆਂ? ਸਦਾ ਦੇਉਣ ਦੀਆਂ, ਲੰਮੀ ਉਮਰ ਭੋਗਣ ਦੀਆਂ। ਵੱਡਿਆਂ ਵੱਡਿਆਂ ਨੇ ਕੀਤੀਆਂ, ਵੱਡੇ ਵੱਡੇ ਸਾਇੰਟਿਸਟ ਵਿਦਵਾਨ ਲੱਗੇ ਹੋਏ ਆ ਵੀ ਜੇ ਬੰਦਾ ਅਮਰ ਹੋ ਜੇ, ਹੋ ਸਕਦਾ ਜੀ? ਨਹੀਂ ਹੋਇਆ ਜੀ, ਬੜਿਆਂ ਜ਼ੋਰ ਲਾਇਆ। ਸਤਿਗੁਰ ਕਹਿੰਦੇ ਇਹ ਮਨ ਬੜਾ ਕੁਛ ਕਰਦਾ ਹੈ, ਪਰ ਕੱਚੀ ਨਗਰੀ ਵਿੱਚ ਰਹਿ ਕੇ ਇਹ ਭੁੱਲ ਗਿਆ। ਕੱਚਿਆਂ ਵਿੱਚ ਵਸਣ ਵਾਲਾ ਕੱਚਾ ਹੁੰਦਾ ਏ। ਪਾਂਚ ਦੁਸ਼ਟ ਸੋ ਕਰਤ ਪਿਆਰੂ, ਸੋ ਤਹਿ ਕੇ ਨਿਤ ਕਾਜ ਬਿਗਾਰੂ। ਹੁਣ ਦੁਖੀ ਕਿਸ ਗੱਲ ਤੋਂ ਹੈ ਜੀ? ਕਹਿੰਦੇ ਕੱਚੇ ਸ਼ਹਿਰ ਵਿੱਚ ਵਸਣ ਲੱਗ ਗਿਆ ਤੇ ਮਿੱਤਰ ਵੀ ਉਹਨਾਂ ਨੂੰ ਬਣਾਇਆ ਜਿਹੜੇ ਇਸ ਸ਼ਹਿਰ ਦੇ ਦੁਸ਼ਮਣ ਸੀ। ਦੁਸ਼ਮਣ ਸੀ, ਢਾਉਣ ਵਾਲੇ ਸੀ। ਕੌਣ ਸੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਿੱਤਰ ਬਣ ਗਏ। ਦੁਸ਼ਮਣ ਨੂੰ ਮਿੱਤਰ ਬਣਾਉਣਾ ਸਿਆਣਪ ਤੇ ਨਹੀਂ ਆਉਂਦੀ। ਪੰਜ ਵਿਕਾਰ ਇਸ ਮਨ ਦੇ ਦੁਸ਼ਮਣ ਸੀ ਜਿਹੜੇ ਇਸ ਸਰੀਰ ਨੂੰ ਕੋਰਦੇ ਆ। ਕਾਮ ਵਰਤੀ ਜਾਓ ਬਹੁਤਾ ਕਮਜ਼ੋਰ ਕਰ ਦਿੰਦਾ ਸਰੀਰ, ਕ੍ਰੋਧ ਵਰਤੀ ਜਾਓ ਖਤਮ ਹੀ ਕਰ ਦਿੰਦਾ ਸਰੀਰ ਨੂੰ, ਲੋਭ 'ਚ ਆ ਜਾਓ ਰੋਗ ਲੱਗ ਜਾਂਦੇ ਆ, ਝੋੜਾ ਹੀ ਲੱਗ ਜਾਂਦਾ ਹੈ, ਮੋਹ 'ਚ ਆ ਜਾਓ ਬੰਦਾ ਸੁੱਕ ਜਾਂਦਾ ਆਪਣਿਆਂ ਦੇ ਪਿੱਛੇ, ਹਾਏ ਮੇਰੇ ਪੁੱਤ, ਹਾਏ ਮੇਰੇ ਬੱਚੇ, ਹਾਏ ਮੇਰੇ ਭਤੀਜੇ, ਸਾਰਾ ਦਿਨ ਗੀਤ ਗਾਈ ਜਾਂਦਾ। ਹੰਕਾਰ 'ਚ ਆ ਜੇ ਕਹਿੰਦਾ ਲੈ ਮੇਰੇ ਵਰਗਾ ਕੌਣ ਹੈ, ਫਿਰ ਵੀ ਗਿਆ, ਭੁੱਲ ਜਾਂਦਾ। ਫਿਰ ਕਹਿੰਦੇ ਪੰਜ ਵਿਕਾਰ ਇਸ ਨਗਰ ਦੇ ਦੁਸ਼ਮਣ ਸਨ। ਬਾਣੀ 'ਚ ਲਿਖਦੇ ਆ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਨਗਰ ਭਰਿਆ ਕਾਮ ਕ੍ਰੋਧ ਨਾਲ ਸ਼ਹਿਰ। ਹੁਣ ਜਿਸ ਸ਼ਹਿਰ ਵਿੱਚ ਦੁਸ਼ਮਣ ਸਾਡੇ ਬਹੁਤ ਹੋਣ, ਸੁੱਖ ਦੀ ਨੀਂਦ ਸੌਣ ਲੱਗੇ ਜੀ, ਤੇ ਉਹ ਦੁਸ਼ਮਣ ਸਾਡੇ ਹੁਣ ਮਿੱਤਰ। ਸਾਨੂੰ ਪਤਾ ਫਲਾਣਾ ਬੰਦਾ ਮੇਰੇ ਨਾਲ ਅੰਦਰੋਂ ਵੈਰ ਕਰਦਾ ਪਰ ਉੱਤੋਂ ਮੇਰੇ ਨਾਲ ਮਿੱਠਾ ਰਹਿੰਦਾ ਹੈ। ਕਿੰਨੇ ਸੁਖੀ ਹੋ ਤੁਸੀਂ ਯਾਰੀ ਲੱਗੇ, ਦੁਖੀ ਹੋਣਾ। ਫਲਾਣਾ ਰਿਸ਼ਤੇਦਾਰ ਸਾਡੀਆਂ ਹਰ ਥਾਂ ਜਣਾ ਵੜਦਾ ਹੈ ਪਰ ਉੱਤੋਂ ਤੋਂ ਹਾਂਜੀ ਹਾਂਜੀ ਕਰਦਾ, ਕਹਿੰਦਾ ਆਏ ਨਹੀਂ ਕਦੇ ਗੇੜਾ ਹੀ ਨਹੀਂ ਮਾਰਿਆ ਘਰੇ। ਕਿੰਨੇ ਕੁ ਸੁਖੀ ਨਾਲ ਕਰਕੇ ਕਹਿੰਦੇ ਇਸ ਮਨ ਨੇ ਸਰੀਰ ਰੂਪ ਨਗਰੀ ਦੇ ਵਿੱਚ ਰਹਿ ਕੇ ਮਿੱਤਰ ਉਹਨਾਂ ਨੂੰ ਬਣਾਇਆ ਜਿਨ੍ਹਾਂ ਕਦੇ ਭਲਾ ਨਹੀਂ ਮੰਗਿਆ। ਦੋਹਰ ਕਾਮ ਕ੍ਰੋਧ ਅਰ ਲੋਭ ਪੁੰਨ, ਮੋਹਿ ਬਲੀ ਹੰਕਾਰ, ਇਨ ਸਿਉ ਕਰਤਿਉ ਮੀਤਤਾ, ਭਾ ਸੰਗਤ ਤੇ ਖੁਆਰ। ਸਤਿਗੁਰ ਕਹਿੰਦੇ ਤੈਨੂੰ ਖੁਆਰ ਕਰ ਦੇਣਗੇ। ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲ। ਸੋਨੇ ਨੂੰ ਢਾਲਣ ਵਾਸਤੇ ਸੁਹਾਗਾ ਵਰਤਿਆ ਜਾਂਦਾ, ਪਾਣੀ ਬਣਾ ਦਿੰਦਾ ਸੁਹਾਗਾ, ਅੱਗ ਨਾਲ ਵੀ ਲੱਗੀ। ਕਹਿੰਦੇ ਕਾਮ ਤੇ ਕ੍ਰੋਧ ਇਸ ਕਾਇਆ ਸਰੀਰ ਨੂੰ ਗਾਲ ਦਿੰਦੇ ਨੇ, ਤੇ ਅੱਗ ਨੂੰ ਕੋਈ ਮਿੱਤਰ ਬਣਾ ਕੇ ਆਖੇ ਵੀ ਅੱਗ ਮੇਰੀ ਹੈ। ਹੋਲਕਾ ਨੇ ਬਣਾਇਆ ਸੀ ਨਾ ਅੱਗ ਨੂੰ ਮਿੱਤਰ, ਤੇ ਸੜ ਗਈ ਨਾ। ਫਿਰ ਅੱਗ ਤੇ ਪਾਣੀ ਕਦੇ ਕਿਸੇ ਦੇ ਮਿੱਤ ਨਹੀਂ ਹੁੰਦੇ, ਕੋਈ ਵੀ ਹੋਵੇ ਭਾਵੇਂ।
कोई अवतारी पुरुष है, संसारी पुरुष है, पानी मित्र है किसी का? जिंदगी भी है, जीवन भी है, दुर्वरतों करोगे तो जीवन भी खो लेंगे। अग खाने भी पकाउंदी है, शरीर के अंदर पाचन क्रिया भी करती है, अग सेकदे भी आ, कपड़े भी सुकाउंदी है, सब कुछ है। पर जिदण लोड़ तो वध हो जाए, जिस घर विच खाना बनाउंदी सी उसे नूं सुआह कर दिंदी है। ते यही शरीर जिहदे विच अग सी, इसे नूं फिर लकड़ां ते साड़ भी दिंदी है। अग ते अग है पर मित नहीं किसी की। गुरु नानक साहब महाराज दे बचन पंडित नूं हिला गए। अजे ते दो ही पंक्तियां गुरु साहब ने उचारण कीतियां ने, ਉਹ ਤੇ ਵਿਚਾਰਾ ਸੋਚੀ ਜਾਵੇ ਵੀ ਮੈਂ ਜਿਹੜਾ ਵਿਦਵਾਨ ਬਣਿਆ, ਮੇਰਾ ਕੋਲ ਜਿਹੜਾ ਗਿਆਨ ਹੈ, ਆ ਜਿਹੜੀਆਂ ਗੱਲਾਂ ਕਰਦੇ ਤੇ ਮੇਰੇ ਗਿਆਨ ਚੋਂ ਬਾਹਰ ਹੀ ਨਹੀਂ। ਆਖੋ ਸਤਿਨਾਮ, ਆਊਟ ਆਫ ਸਿਲੇਬਸ। ਪੰਡਤ ਬੜਾ ਹੈਰਾਨ ਹੋਇਆ ਪਿਆ ਵੀ ਇਹਨਾਂ ਗੱਲਾਂ ਦਾ ਜਵਾਬ ਕੀ ਹੈ। ਮੂਲ ਚੰਦ ਜੀ ਤੇ ਮੈਨੂੰ ਐਵੇਂ ਪੰਪ ਮਾਰ ਕੇ ਲਾਏ, ਕਹਿੰਦੇ ਚੱਲ ਉਹਨੂੰ ਅਕਲ ਨਹੀਂ ਹੈ, ਸਮਝ ਨਹੀਂ ਹੈ। ਉਹ ਵੀ ਪਿੱਛੇ ਲਾ ਕੇ ਆ ਕੇ ਬੋਲ ਪਿਆ, ਕਹਿੰਦਾ ਨਿਆਣ ਮੱਤ ਬੈਠਾ ਇੱਥੇ ਬੜੀ ਚਮਚਾਣਾ, ਇੱਥੇ ਤੇਰਾ ਕੀ ਲੱਭਿਆ, ਘਰ ਕਿਉਂ ਨਹੀਂ ਜਾਂਦਾ। ਪਰ ਜਿਸ ਵੇਲੇ ਸਤਿਗੁਰਾਂ ਦੇ ਬਚਨ ਆਖੇ, ਇਹ ਬਚਨ ਮੂਲ ਚੰਦ ਜੀ ਨੂੰ ਸਮਝ ਨਹੀਂ ਆਉਂਦੇ, ਕਿਉਂਕਿ ਇਹ ਕੰਮ ਮੇਰੇ ਵਾਲਾ ਉੱਪਰ ਤੋਂ ਲੰਘੀ ਜਾਂਦੀਆਂ ਗੱਲਾਂ। ਠੀਕ ਹੈ ਫਤਿਹ ਚੜ੍ਹਦੀ ਕਲਾ, ਜਕਾਰਾ ਛੱਡ ਦਿਓ। ਅੰਦਰ ਕੀ ਹੈ, ਇੱਥੇ ਹੁਣ ਕਿਸੇ ਨੂੰ ਬਾਹਰ ਜਾ ਕੇ ਪੁੱਛ ਲਓ ਵੀ ਅੱਜ ਕਥਾ 'ਚ ਸ਼ਬਦ ਕਿਹੜਾ ਆਇਆ, ਉਹ ਕਹਿੰਦਾ 6 ਵਜੇ ਨਾਲੇ ਲਾਕਡਾਊਨ ਆ ਯਾਰ, ਚਾਹ ਪੀ ਚਲੀਏ, ਫਿਰ ਕੱਲ ਦੇਖਾਂਗੇ ਬਾਬੇ ਨੇ ਕੀ ਸੁਣਾਇਆ, ਕੱਲ ਪੁੱਛਾਂਗੇ। ਹੋਰੇ ਕੁਝ ਚੱਲੀ ਜਾਂਦਾ ਤੇ ਕਿਸੇ ਨੂੰ ਔਗਣ ਦਿਸਦੇ ਆ, ਬੋਲਦਾ ਕਿਵੇਂ ਆ, ਕਰਦਾ ਕੀ ਹੈ। ਕੋਈ ਕਹਿੰਦਾ ਲੈ ਯਾਰ ਉਹਦਾ ਟਾਈਮ ਹੀ ਕੋਈ ਨਹੀਂ ਹੈ, ਤੀਜੇ ਦਿਨ ਟਾਈਮ ਬਦਲ ਦਿੰਦੇ ਆ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਜ਼ਿਆਦਾ ਕਿਸੇ ਨੂੰ ਵਿਰਲੇ ਹੋਣਗੇ 1 ਘੰਟਾ ਅਸੀਂ ਬੋਲੀਏ ਤੇ ਤੁਸੀਂ 1 ਮਿੰਟ ਨਹੀਂ ਸੁਣਾ ਸਕਦੇ ਕੀ ਸੁਣਾਇਆ। ਕਿਉਂ? ਮੈਂ ਵਿੱਚ ਹੀ ਹਾਂ। ਕਿਉਂ? ਕਿਉਂਕਿ ਮਨ ਸਾਡਾ ਇੱਥੇ ਬਹਿ ਕੇ ਵੀ ਗੈਰ ਹਾਜ਼ਰ ਹੈ। ਮਨ ਦੀ ਇਹ ਖੁਰਾਕ ਨਹੀਂ ਬਣੀ ਹੈ ਜੀ। ਜਿਨ੍ਹਾਂ ਦੀ ਬਣ ਗਈ ਉਹਨਾਂ ਨੂੰ ਜੋ ਮਰਜ਼ੀ ਪੁੱਛ ਲਓ, 6 ਮਹੀਨੇ ਪਹਿਲਾਂ ਕੀ ਸੁਣਾਇਆ ਉਹ ਵੀ ਯਾਦ ਹੈ, ਉਹ ਵੀ ਯਾਦ ਉਹਨਾਂ ਨੂੰ। ਗੁਰੂ ਸਾਹਿਬ ਦੇ ਬਚਨ ਮੂਲ ਚੰਦ ਜੀ ਤੋਂ ਇਦਾਂ ਲੰਘਦੇ ਜਿੱਦਾਂ ਫਲਾਈਟਾਂ ਲੰਘਦੀਆਂ ਸਨ। ਗੁੱਸਾ ਚੜੀ ਜਾਂਦਾ ਹੈ, ਕਹਿੰਦੇ ਬੈਠਾ ਸ਼ਮਸ਼ਾਨਾਂ 'ਚ ਵੱਡਾ ਗਿਆਨੀ ਬਣਦਾ, ਪੰਡਤ ਅੱਗੇ ਬੋਲਦਾ ਸਤਿਨਾਮ। ਸੋਹਣਾ ਸਾਹਮਣੇ ਫਿਰ ਉਸੇ ਨਜ਼ਰ ਨਾਲ ਵੇਖਦੇ ਨੇ। ਚੌਪਈ ਲੁੱਟ ਹੈ ਮਿਲ ਕਰ ਇਸਕੀ ਨਗਰੀ, ਨੀਤ ਉਜਾਰ ਹੈ ਈਸ਼ ਉਜਗਰੀ। ਪੰਡਤ ਜੀ ਜਿਹੜੇ ਚੋਰ ਨੇ ਨਾ, 5 ਚੋਰ ਇਸ ਘਰ ਨੂੰ ਲੱਗੇ ਨੇ, ਸ਼ਹਿਰ ਨੂੰ ਲੱਗੇ ਆ ਲੁੱਟਣ ਵਾਲੇ, ਤੇ ਮਨ ਰਾਦੇ ਨੇ ਚੋਰਾਂ ਨੂੰ ਬਣਾ ਲਿਆ ਯਾਰ। ਹੂ ਜਿਵੇਂ ਵਿਜੇ ਮਾਲੀਆ ਮੋਦੀ ਦਾ ਯਾਰ। ਆਖੋ ਸਤਿਨਾਮ। ਲੁੱਟਣ ਫੁੱਟਣ ਵਾਲੇ ਸਾਰੇ ਜਿਹੜੇ ਆਪਣੇ ਹੀ ਆ। ਇੱਥੇ ਤੇ ਬੰਦਾ ਇੱਕ ਕਿੱਦਾਂ ਸਮਾਨ ਲੈ ਕੇ ਨਹੀਂ ਨਿਕਲ ਸਕਦਾ, ਕੰਟਰੀ ਕਿੱਦਾਂ ਆਊਟ ਕਰ ਜੂਗਾ, ਇਮੀਗ੍ਰੇਸ਼ਨ ਨਹੀਂ ਹੁੰਦੀ। ਤੁਹਾਡਾ ਕਿਸੇ ਥਾਣੇ ਕਚਹਿਰੀ 'ਚ ਕੇਸ ਹੈ, ਮਾੜਾ ਜਿਹਾ ਅੰਗੂਠਾ ਲਾਓ ਸਾਹਮਣੇ ਆ ਜਾਂਦਾ ਵੀ ਬੰਦਾ ਉੱਥੋਂ ਵਾਂਟਡ ਆ, ਉਹਦੀ ਰੱਖ ਲੈਂਦੇ ਆ, ਫੜ ਲੈਂਦੇ ਉੱਥੇ। ਵੱਡੇ ਕਿਵੇਂ ਬੱਚੇ। ਇਸੇ ਤਰ੍ਹਾਂ ਜਦ ਕਹਿੰਦੇ ਚੰਚਲ ਰਾਜਾ ਬਣਿਆ, ਉਹਦੀ ਯਾਰੀ ਚੋਰਾਂ ਨਾਲ ਸੀ। ਸਭ ਕੁਝ ਵੇਚੂ, ਫਿਰ ਆਪਣਾ ਰਾਜ ਹੀ ਵੇਚੀ ਜਾਂਦਾ, ਆਪਣਾ ਘਰ-ਬਾਰ ਹੀ ਵੇਚੀ ਜਾਂਦਾ। ਦਾ ਕੋਈ ਮਿੱਤ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਪੰਡਤ ਜੀ, ਜਿਹਦੇ ਮਿੱਤਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਮਨ ਰਾਜੇ ਦੇ ਹੁਣ ਰਾਜੇ ਵਸ਼ਈ ਹੁੰਦੇ ਆ। ਕਹਿੰਦੇ ਉਹ ਪਰਜਾ ਦਾ ਕੀ ਲੱਗਿਆ। ਆਖੋ ਸਤਿਨਾਮ। ਪਰਜਾ ਕੀ ਲੱਗਦੀ ਹੈ? ਲੱਗਦੀ ਕੁਛ ਰਾਜਿਆਂ ਦੀ ਨਾ। ਪਰਜਾ ਰੱਖੀ ਹੁੰਦੀ, ਵੋਟਾਂ ਪਾਉਣ, ਪੰਪ ਦੇਣ। ਇਸ ਤੋਂ ਬਾਅਦ ਪਰਜਾ ਦਾ ਕੋਈ ਮਤਲਬ ਨਹੀਂ ਹੁੰਦਾ। ਮੁੜ ਕੇ ਵੋਟਾਂ ਲੈ ਕੇ ਇਹੀ ਲੋਕ ਨੇ ਕੁੱਤੇ ਬੰਨ ਲੈਂਦੇ, ਮਿਲਦੇ ਕਿਤੇ। ਜਿਹੜੇ ਘਰੇ ਆ ਕੇ ਪੈਰੀ ਹੱਥ ਲਾਉਂਦੇ ਫਿਰਦੇ ਆ, ਮੁੜ ਕੇ ਲਵਾਉਂਦੇ ਆ ਪੈਰੀ ਹੱਥ, ਮਿਲਦੇ ਨਹੀਂ ਕਿਸੇ। ਸੁਭਾਵਿਕ ਗੱਲਾਂ ਨੇ, ਬਾਹਰ ਸਮਝਾਂਗੇ, ਅੰਦਰ ਦੀ ਸਮਝ ਆ ਜਾਣੀ। ਸਤਿਗੁਰ ਕਹਿੰਦੇ ਆ ਮਨ ਚੋਰਾਂ ਦਾ ਯਾਰ ਬਣਿਆ ਫਿਰਦਾ ਹੈ। ਚੋਰ ਯਾਰ ਯੁਆਰ ਪੀੜੇ ਕਹਾਣੀਆਂ। ਤੇ ਧਰਮਰਾਜ ਨੇ ਇਹਨਾਂ ਸਾਰਿਆਂ ਦਾ ਸੰਗ ਕਰਨ ਵਾਲੇ ਮਨ ਤੇ ਸਰੀਰ ਨੂੰ ਕੋਲੂ 'ਚ ਪੀੜ ਦੇਣਾ। ਆਖੋ ਸਤਿਨਾਮ। ਵਿਰੋਧ ਕਰਦਾ ਸੀ, ਆ ਜਾ ਮੋਹ ਕਰਦਾ ਸੀ। ਆ ਫਿਰ ਦੇ ਸਾਹਿਬ ਇਹ ਤੇ ਰਹਿ ਗਏ ਨਾ। ਚੋਰ ਖੜ ਜਾਂਦੇ ਜੀ ਕਿਸੇ ਨਾਲ ਠੱਗ। ਚੋਰਾਂ ਠੱਗਾਂ ਨੇ ਆਪਣਾ ਮਾਲ ਲੁੱਟਣਾ, ਮੁੜ ਕੇ ਫਸਾ ਉਹਨੂੰ ਜਾਣਾ ਜਿਹੜਾ ਨਾਲ ਸਾਥੀ ਸੀ। ਫਿਰ ਜਦੋਂ ਕੁੱਟਦੇ ਆ ਲੋਕ ਵੀ ਦੱਸੋ ਕੌਣ ਸੀ, ਕਹਿੰਦਾ ਮੈਨੂੰ ਨਹੀਂ ਕੀ ਪਤਾ, ਇੱਥੇ ਮਿਲੇ ਸੀ ਮੈਨੂੰ, ਕਹਿੰਦੇ ਐਂ ਕਰਦੇ, ਮੈਂ ਕਰਤਾ ਕੀ ਉਹ ਭੱਜ ਗਏ। ਮਰਦ ਕਹਿੰਦੇ ਆ ਪੰਜੇ ਵਿਕਾਰਾਂ ਨੇ ਇੱਥੇ ਹੀ ਰਹਿ ਜਾਣਾ ਇਸ ਕੱਚੀ ਨਗਰੀ ਦੇ ਵਿੱਚ। ਮਨ ਰੂਪ ਰਾਜਾ ਜਦੋਂ ਰਾਜ ਭਾਗ ਤੋਂ ਵਿਹਲਾ ਹੋਇਆ, ਜਦੋਂ ਬਾਹਰ ਨਿਕਲੂ ਇਸ ਨਗਰੀ ਨੂੰ ਛੱਡ ਕੇ, ਉਦੋਂ ਉਜੜਿਆ ਹੋਊਗਾ। ਆਖੋ ਸਤਿਨਾਮ। ਖਾਲੀ ਹੋਊਗਾ, ਸਿਰ ਤੇ ਔਗਣਾ ਦੇ ਭਾਰ ਹੋਣਗੇ। ਬਿਗੜਿਓ ਆਪਣੋ ਜਾਨੋ ਨਾਹੀ, ਮਿਲਿਓ ਰਹੈ ਪੁਨ ਤਿਨ ਮਾਹੀ। ਨਾਲੇ ਪਤਾ ਇਹ ਅੰਦਰ ਨੂੰ ਖਾ ਰਹੇ ਆ, ਪਰ ਚੋਰ ਚੰਗੇ ਲੱਗਦੇ ਆ। ਕਿਉਂਕਿ ਚੋਰ ਚੰਗੇ ਕਿਉਂ ਲੱਗਦੇ ਮਨ ਨੂੰ? ਇਸ ਲਈ ਲੱਗਦੇ ਆ, ਸੌਖਾ ਹੀ ਬਣ ਜਾਂਦਾ ਹੈ।
ਕੋਈ ਕਮਾਈ ਨਹੀਂ ਕਰਨੀ ਪੈਂਦੀ, ਦਿਹਾੜੀ ਨਹੀਂ ਲਾਉਣੀ ਪੈਂਦੀ। ਦੁਨਿਆਵੀ ਤੌਰ ਤੇ ਚੋਰ ਕਿਉਂ ਬਣਦਾ? ਉਹ ਕਹਿੰਦੇ ਛੇਤੀ ਤਰੱਕੀ, ਛੇਤੀ ਅਮੀਰ ਬਣ ਜਾ, ਠੱਗੀ ਮਾਰੋ, ਚੋਰ ਬਣੋ। ਹੁੰਦੇ ਤੇ ਰਾਜਨੀਤਿਕ ਲੋਕ ਚੋਰ ਹੀ ਨੇ, ਪਰ ਉਹ ਥੋੜੇ ਜਿਹੇ ਸਟੇਟਸ ਹੋਰ ਹੁੰਦਾ ਹੈ, ਵੱਡੇ ਤਰੀਕੇ ਦੇ ਹੁੰਦੇ ਆ। ਮਾੜੇ ਮੋਟੇ ਚੋਰ ਕੋਈ ਵਿਚਾਰਾ ਸਜ਼ਾ ਕੱਟਦਾ ਹੈ, ਚੂੜੀਆਂ ਪਿੱਛੇ ਖੋਲੀਆਂ ਸੀ, ਕਿਸੇ ਨੇ ਚੇਨ ਖੋਲੀ, ਕੁੱਟ ਖਾਈ ਜਾਂਦਾ ਹੈ, ਇੱਕ ਨੇ ਸਾਰਾ ਦੇਸ਼ ਵੇਚਤਾ, ਕਹਿੰਦੇ ਮਹਾਨ ਹੈ, ਮਹਾਨ ਹੈ। ਚੋਰ ਤੇ ਚੋਰ ਹੈ ਨਾ। ਪਰ ਕਹਿੰਦੇ ਸਬਰ ਨੇ ਚੋਰਾਂ ਨਾਲ ਲਾਈ ਯਾਰੀ, ਤੇ ਚੋਰਾਂ ਨੇ ਦਿੱਤਾ ਸਾਥ ਕੋਈ ਨਾ। ਉਹ ਸਿਰਫ ਆਪਣੇ ਮਤਲਬ ਲਈ ਜੁੜੇ ਸੀ। ਪਹਿਲਾਂ ਤੇ ਨਗਰ ਸ਼ਹਿਰ ਸਰੀਰ ਲੁੱਟਦੇ ਰਹੇ। ਇੱਕ ਦਿਨ ਕਹਿੰਦੇ ਇਹਨੂੰ ਵੀ ਲੁੱਟ ਲਿਆ, ਆਖੋ ਸਤਿਨਾਮ। ਜਾਂਦੇ ਜਾਂਦੇ ਕਹਿੰਦੇ ਆ ਰਾਜਾ ਸਾਡਾ ਕੀ ਲੱਗਦਾ, ਕੀ ਲੱਗਦਾ ਸਾਡਾ, ਇਹਨੂੰ ਵੀ ਲੁੱਟੋ। ਚੱਲਿਆ ਤੇ ਹੈ, ਮਰੇ ਦੇ ਵੀ ਗਹਿਣੇ ਲਾ ਲਏ ਸਮਾਜਿਕ ਤੌਰ। ਕਹਿੰਦੇ ਮਨ ਰੂਪ ਰਾਜਾ ਜਦ ਇਸ ਦੁਨੀਆ ਤੋਂ ਜਾਂਦਾ ਹੈ, ਸਰੀਰ ਨਗਰੀ ਢਹਿ ਹੋ ਜਾਂਦੀ ਹੈ, ਪੰਜੇ ਵਿਕਾਰ ਦਰਗਾਹ ਵਿੱਚ ਨਹੀਂ ਖੜਦੇ। ਪੰਜਾਂ ਕਰਕੇ ਜੋ ਕੁਝ ਝੱਲਿਆ ਸੀ ਉੱਥੇ ਫਿਰ ਲੇਖਾ ਦੇਣਾ ਪੈਂਦਾ। ਫਿਰ ਕਾਮ ਗਵਾਈ ਨਹੀਂ ਭਰਦਾ ਕਿ ਕ੍ਰੋਧ ਨਹੀਂ ਖੜਦਾ ਕਿ ਜਿਨ੍ਹਾਂ ਦੇ ਮੋਹ ਚ ਡੁੱਬਿਆ ਫਿਰਦਾ ਸੀ। ਆਉਂਦਾ ਕੋਈ ਵੀ ਬਾਪੂ ਜੀ ਨਾਲ ਹੀ ਖੜੇ, ਚਿੰਤਾ ਨਾ ਕਰੋ, ਇੱਥੇ ਦੇਖ ਰਹੇ ਤੁਹਾਨੂੰ, ਮੈਂ ਸੁੱਤਾ ਨਹੀਂ ਅਜੇ, ਕੋਈ ਨਹੀਂ ਪੁੱਛਦਾ। ਸਤਿਗੁਰ ਕਹਿੰਦੇ ਇਸ ਬਾਲਕ ਰਾਜੇ ਨੂੰ ਹੀ ਸਭ ਭੁਗਤਣਾ ਪੈਣਾ ਹੈ। ਇੱਥੇ ਵੱਡੇ ਵੱਡੇ ਰਾਜ ਕਰਨ ਵਾਲੇ ਆਏ ਆ ਜੀ, ਵੱਡੇ ਵੱਡੇ ਸੁਦਾਮ ਹੁਸੈਨ ਵਰਗੇ, ਫਾਂਸੀਆਂ ਤੇ ਚੜ੍ਹੇ, ਜਿਨ੍ਹਾਂ ਦਾ ਕਦੇ ਰਾਸ਼ਟਰਪਤੀ ਸ਼ਾਸਨ ਹੁੰਦਾ ਸੀ। ਦੁਨੀਆ ਜਿਨ੍ਹਾਂ ਦੇ ਨਾਂ ਤੇ ਕਦੇ ਗਦਾਫੀ ਦਾ ਨਾਂ ਸੁਣਿਆ ਹੋਣਾ, ਕਿੱਡਾ ਮਹਾਨ ਬੰਦਾ ਸੀ ਗਦਾਫੀ, ਪੜ੍ਹੇ ਹੋ ਕਦੇ ਉਹਦੇ ਬਾਰੇ? ਕਿੱਥੇ ਆ ਫਿਰ ਹਾਏ ਲਾਗੇ ਮਾਰਦਾ। ਜਿਸ ਬੰਦੇ ਦਾ ਨਾਮ ਦੁਨੀਆ ਜਪਦੀ ਸੀ, ਜੋ ਅਮਰੀਕਾ ਨਾਲ ਕਦੇ ਟੱਕਰ ਨਾ ਲੈਂਦਾ ਸੀ, ਕਿੱਥੇ ਹੈ? ਪੱਗ ਦੇ ਭਾੜੇ ਗਿਆ, ਖਤਮ ਹੋ ਗਿਆ। ਮਾਨ ਸੀ, ਬਰਬਾਦ ਹੋ ਗਿਆ। ਗੁਰੂ ਸਾਹਿਬ ਕਹਿੰਦੇ ਇਹ ਬਾਲਕ ਰਾਜਾ ਨਗਰੀ ਕੱਚੀ ਦੁਸ਼ਟਾਂ ਨਾਲ ਪਿਆਰੋ। ਭਾਈ ਇਹ ਪਿਆਰ ਦੁਸ਼ਟਾਂ ਨਾਲ ਕਰਦਾ ਹੈ, ਇਹ ਮਾਂ ਬਾਪ ਨੂੰ ਪਛਾਣਦਾ ਹੀ ਨਹੀਂ। ਪੰਡਤ ਚੱਕਰਾਂ 'ਚ ਪਿਆ ਹੋਇਆ ਵੀ ਮੈਂ ਛੇੜ ਕਿੱਥੇ ਲਿਆ, ਆਖੋ ਸਤਿਨਾਮ। ਅਜੇ ਉਪਦੇਸ਼ ਬਾਕੀ ਹੈ। ਪਹਿਲੀਆਂ 4 ਪੰਕਤੀਆਂ ਦੇ ਅਰਥ ਹੋਏ ਆ ਜੀ, ਸਮਾਂ ਸਮਾਪਤ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਕਿਉਂਕਿ ਬਾਕੀ ਕਈ ਕਹਿੰਦੇ ਸੀ ਗੁਰਮੁਖ ਪਿਆਰੇ ਵੀ 4:30 ਤੋਂ 5:30 ਦਾ ਸਮਾਂ ਰੱਖ ਲਓ। ਚਲੋ ਉਹਨਾਂ ਦੀ ਭਾਵਨਾ ਜਾਇਜ਼ ਹੈ, ਪਰ ਸਾਨੂੰ ਸਾਰਿਆਂ ਬਾਰੇ ਵੇਖਣਾ ਹੁੰਦਾ। ਜਿੰਨਾ